ਜਿਹੜੀ ਭਾਰਤ ਸਰਕਾਰ ਵੱਲੋਂ ਡਿਸੀਜਨ ਲਿੱਤਾ ਗਿਆ 14 ਜਿਹੜੀ ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਬੰਦ ਕੀਤੀ ਗਈਆਂ ਜਿਹਦੇ ਵਿੱਚ ਸਰਦੀ ਖਾਂਸੀ ਜ਼ੁਕਾਮ ਜਲਦੀ ਆਰਾਮ ਦੇਣ ਵਾਲੀ ਗੱਲਾਂ ਜਿਹੜੀ ਹੁੰਦੀ ਸੀ देर आए मगर दुरुस्त आए। इस तरह ही बुखार या नजला जुकाम दी जिहड़ियां दवाइयां ने बहुत ही अनसाइंटिफिक और जिहड़ी चीज़ां दी लोड़ नहीं सी उन्होंने पाया होया सीगा। इहदे यूज़ करन नाल उहदा कोई एक्सट्रा फायदा तो हुंदा ही नहीं मगर उहदे नुकसान बहुत ही भयानक भी हो सकते हैं। इस तरह के ਜਿਹੜੇ ਪੇਸ਼ੈਂਟ ਹੈ ਕਿ ਬਿਨਾਂ ਕੰਸਲਟ ਕੀਤੇ ਹੋਏ ਡਾਕਟਰਸ ਨੂੰ ਕੈਮਿਸਟ ਕੋਲ ਜਾ ਰਹੇ हैं ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਦਵਾਈ ਕਿਸ ਪਰਪਸ ਵਾਸਤੇ ਦਿੰਦੀ ਹੈ। वेरी वेरी कॉमन कोई मतलब नहीं है कि तीन दवाइयां तुसी एक दवाई जिहड़ी दवाई विच मिलाओ। ਕੇਂਦਰ ਸਰਕਾਰ ਵੱਲੋਂ 14 ਫਿਕਸਡ ਕੰਬੀਨੇਸ਼ਨ ਯਾਨੀ FDC ਜਿਹੜੀ ਮੈਡੀਸਿਨਸ ਹੈ ਉਹਨਾਂ ਤੇ ਰੋਕ ਲਾ ਦਿੱਤੀ ਹੈ ਯਾਨੀ ਕਿ ਹੁਣ ਇਹ ਜਿਹੜੀ ਮੈਡੀਸਿਨਸ ਨੇ ਉਹ ਬਾਜ਼ਾਰਾਂ 'ਚ ਨਹੀਂ ਮਿਲਣਗੀਆਂ। ਇਹ ਕੇਂਦਰ ਸਰਕਾਰ ਨੇ ਜਿਹੜੀ ਸਾਇੰਟੀਫਿਕ ਜਿਹੜੇ ਡਾਕਟਰਸ ਨੇ ਸੀਨੀਅਰ ਡਾਕਟਰਸ ਨੇ ਉਹਨਾਂ ਦੀ ਸਲਾਹ ਤੋਂ ਬਾਅਦ ਇਹ ਸਾਰੀ ਜਿਹੜੀ ਮੈਡੀਸਿਨਸ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਹਦੇ ਵਿੱਚ ਜਿਹੜੀ ਵੀ ਮੈਡੀਸਨ ਹੁੰਦੀ ਹੈ ਉਹਨਾਂ ਦੇ ਵਿੱਚ 2 ਜਾਂ 3 ਤੋਂ ਜ਼ਿਆਦਾ ਜਿਹੜੇ ਸਾਲਟ ਹੁੰਦੇ ਹੈ ਉਹ ਅਲੱਗ-ਅਲੱਗ ਜਿਹੜੇ ਸਾਲਟ ਹੁੰਦੇ ਉਹ ਦਵਾਈਆਂ ਤੇ ਜਿਹੜਾ ਹੈਗਾ ਉਹ ਬੰਦ ਕਰ ਦਿੱਤਾ ਗਿਆ। ਸਾਡੇ ਨਾਲ ਸੀਨੀਅਰ ਡਾਕਟਰਸ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ RS ਬੇਦੀ ਨੇ। ਡਾਕਟਰ ਸਾਹਿਬ ਇਹ ਜਿਹੜੀ ਭਾਰਤ ਸਰਕਾਰ ਵੱਲੋਂ ਡਿਸੀਜਨ ਲਿੱਤਾ ਗਿਆ 14 ਜਿਹੜੀ ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਬੰਦ ਕੀਤੀ ਗਈਆਂ ਜਿਹਦੇ ਵਿੱਚ ਸਰਦੀ ਖਾਂਸੀ ਜ਼ੁਕਾਮ ਜਲਦੀ ਆਰਾਮ ਦੇਣ ਵਾਲੀ ਗੱਲਾਂ ਜਿਹੜੀ ਹੁੰਦੀ ਸੀਗੀ ਕਿਸ ਤਰ੍ਹਾਂ ਵੇਖੋ? देखो ये बहुत ही सही मूव है। मैं समझदा कि डॉक्टर्स ते बहुत देर तो इसकी मंग कर रहे थे। देर आए मगर दुरुस्त आए और खास करके हिंदुस्तान वर्गी जिहड़ी कंट्री है उहदे वास्ते ये बहुत ही ज़्यादा जरूरी कदम सीगा इस करके क्योंकि जिन्ने भी इहो ਜਿਹੇ ड्रग्स ने खास करके तुसीं देखिया होएगा जिहड़े 14 ड्रग्स की गल करिए ਤੇ ਇਹਦੇ ਵਿੱਚ ਕਫ ਸਿਰਫ ਦੇ ਫਾਰਮੂਲੇਸ਼ਨਸ ਨੇ ਬੜੇ ਸਾਇੰਟੀਫਿਕ ਨੇ ਔਰ ਇਸ ਤਰ੍ਹਾਂ ਹੀ ਬੁਖਾਰ ਜਾਂ ਨਜ਼ਲਾ ਜ਼ੁਕਾਮ ਦੀ ਜਿਹੜੀਆਂ ਦਵਾਈਆਂ ਨੇ ਬਹੁਤ ਹੀ ਅਨਸਾਇੰਟੀਫਿਕ ਔਰ ਜਿਹੜੀ ਚੀਜ਼ਾਂ ਦੀ ਲੋੜ ਨਹੀਂ ਸੀ ਉਹਨਾਂ ਨੇ ਪਾਇਆ ਹੋਇਆ ਸੀਗਾ। ਔਰ ਦੂਸਰੀ ਜਿਹੜੀ ਇਹਦੇ ਚ ਗੱਲ ਇਹ ਸੀਗੀ ਕਿ ਇਹ ਸਾਰੀਆਂ ਜਿਹੜੀਆਂ ਦਵਾਈਆਂ ਸੀਗੀਆਂ ਪੇਸ਼ੈਂਟਸ ਡਾਕਟਰਸ ਤੋਂ ਮਿਲੇ ਬਿਨਾ ਉਹ ਸਿੱਧੇ ਕੈਮਿਸਟ ਕੋਲ ਜਾਂਦੇ ਸੀਗੇ। ਨਾ ਤਾਂ ਕੈਮਿਸਟ ਨੂੰ ਉਹਦੀ ਸਾਈਡ ਇਫੈਕਟਸ ਦਾ ਪਤਾ ਹੈ ਔਰ ਨਾ ਹੀ ਪੇਸ਼ੈਂਟਸ ਨੂੰ ਇਹਦੇ ਸਾਈਡ ਇਫੈਕਟ ਦਾ ਪਤਾ ਹੈ ਔਰ ਇਹਦੇ यूज़ करन नाल उहदा कोई एक्सट्रा फायदा तो हुंदा ही नहीं मगर उहदे नुकसान बहुत ही भयानक भी हो सकते हैं। ਡਾਕਟਰ ਸਾਹਿਬ ਇਹ ਵੀ ਗੱਲ ਸਾਹਮਣੇ ਆਂਦੀ ਸੀ ਕਿ ਜਲਦ ਫਾਇਦਾ ਜਿਹੜਾ ਹੈਗਾ ਉਹ ਪਹੁੰਚਦਾ ਲੇਕਿਨ ਉਸਦੇ ਸਾਈਡ ਇਫੈਕਟ ਜਿੱਦਾਂ ਤੁਸੀਂ ਵੀ ਕਿਹਾ ਕਿ ਜਿਹੜਾ ਨੁਕਸਾਨ ਹੈ ਹੈਲਥ ਨੂੰ ਲੈ ਕੇ ਉਹ ਕਾਫੀ ਹੁੰਦੇ ਸੀਗੇ ਜਿਹਦੇ ਵਿੱਚ ਕਫ ਸਿਰਪ ਦੀ ਤੁਸੀਂ ਗੱਲ ਕੀਤੀ ਸਰਦੀ ਜ਼ੁਕਾਮ ਇਸ ਤਰ੍ਹਾਂ ਦੀ ਜਿਹੜੀ ਹੈਗੀ ਮੈਡੀਸਿਨਸ। ਮੈਂ ਉਦਾਹਰਨ ਦੇ ਕੇ ਇਹ ਗੱਲ ਦੱਸਣਾ ਚਾਹੂੰਗਾ ਜਿਵੇਂ ਤੁਸੀਂ ਕਫ ਸਿਰਪ ਦੀ ਗੱਲ ਕੀਤੀ। ਕਫ ਸਿਰਪ ਵਿੱਚ ਇੱਕ ਕੰਬੀਨੇਸ਼ਨ ਹੈਗਾ ਡੈਕਸਟਰੋਮੈਥੋਰਫਿਨ ਇੱਕ ਦਵਾਈ ਹੈ ਉਹ ਇੱਕ ਡਰਾਈ ਕਫ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਉਹਦਾ ਮਕਸਦ ਇਹ ਹੈ ਕਿ ਕਫ ਨੂੰ ਸਪਰੈਸ ਕਰਨਾ। ਉਹਦੇ ਨਾਲ ਬ੍ਰੋਮਹੈਕਸਿਨ ਉਹਨਾਂ ਨੇ ਐਡ ਕੀਤੀ ਹੋਈ ਸੀਗੀ। ਬ੍ਰੋਮਹੈਕਸਿਨ ਦਾ ਜਿਹੜਾ ਕੰਮ ਹੈ ਉਹ ਇਹ ਹੈਗਾ ਕਿ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਣਾ। ਤੋ ਇੱਕ ਜਿਹੜੀ ਹੈਗੀ ਹੈ ਬ੍ਰੋਮਹੈਕਸਿਨ ਬਲਗਮ ਵਾਲੀ ਖਾਂਸੀ ਵਾਸਤੇ ਇਸਤੇਮਾਲ ਕਰਨੀ ਚਾਹੀਦੀ ਹੈ ਔਰ ਜਿਹੜੀ ਡੈਕਸਟਰੋਮੈਥੋਰਫਿਨ ਹੈ ਇਹ ਡਰਾਈ ਕਫ ਵਾਸਤੇ ਕਰਨੀ ਚਾਹੀਦੀ ਹੈ। ਡਾਕਟਰਸ ਨੂੰ ਪਤਾ ਹੈ और कुछ ਜਿਹੜੇ ਸੋ ਕਾਲਡ ਕੁਐਕਸ ਨੇ ਉਹਦੇ ਵਿੱਚ ਮੈਂ ਕੁਝ ਕੈਮਿਸਟ ਵੀ ਜਿਹੜੇ ਆਪਣੇ ਆਪ ਇਹ ਦਵਾਈਆਂ ਦੇ ਦਿੰਦੇ ਨੇ ਔਰ ਜਿਹੜੀ ਸੈਲਫ ਮੈਡੀਕੇਸ਼ਨ ਹੈ ਇਹਦੇ ਕਾਰਨ ਇਹ ਜਿਹੜੀਆਂ ਲੋਕੀ ਇਹੋ ਜੀਆਂ ਖਾਂਸੀ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਨੇ ਇਹ ਇਸਤੇਮਾਲ ਕਰਕੇ ਉਹ ਖਾਂਸੀ ਵੱਧ ਜਾਂਦੀ ਸੀਗੀ ਉਹ ਨਿਮੋਨੀਆ ਵੀ ਉਹਦੇ ਨਾਲ ਬਣ ਸਕਦਾ ਹੈ ਔਰ ਹੋਰ ਵੀ ਜਿਹੜੇ ਸਾਈਡ ਇਫੈਕਟਸ ਨੇ ਡਾਇਰੈਕਟਲੀ ਲਿੰਕ ਟੂ ਦੀ ਡਰੱਗਸ ਉਹ ਵੀ ਸਾਹਮਣੇ ਬਹੁਤ ਇਸ ਤਰ੍ਹਾਂ ਦੇ ਕਈ ਕੇਸਿਸ ਤੁਹਾਡੇ ਕੋਲ ਆਏ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਹੈ ਕਿ ਬਿਨਾਂ ਕੰਸਲਟ ਕੀਤੇ ਹੋਏ ਡਾਕਟਰਸ ਨੂੰ ਕੈਮਿਸਟ ਕੋਲ ਜਾ ਰਹੇ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਿਹੜੀ ਦਵਾਈ ਕਿਸ ਪਰਪਸ ਵਾਸਤੇ ਜਿਹੜੀ ਹੈ ਲੈ ਰਹੇ। ਵੈਰੀ ਵੈਰੀ ਕਾਮਨ ਯੂ ਸੀ ਗੱਲ ਇਹ ਹੈ ਕਿ ਖਾਂਸੀ ਜ਼ੁਕਾਮ ਨੂੰ ਆਮ ਆਦਮੀ ਸੋਚਦਾ ਕਿ ਇਹ ਮੈਨੂੰ ਡਾਕਟਰ ਦੀ ਜਾਣ ਦੀ ਕੀ ਲੋੜ ਹੈ ਸੋ ਮੈਂ ਸਿੱਧਾ ਕੈਮਿਸਟ ਕੋਲ ਜਾਣਾ ਹੈ। ਪਿਛਲੀ ਵਾਰੀ ਇਹ ਖਾਂਸੀ ਦੀ ਦਵਾਈ ਦਿੱਤੀ ਸੀਗੀ ਇਹ ਠੀਕ ਹੋ ਗਿਆ ਮਗਰ ਇਹ ਨਹੀਂ ਜਾਣਦੇ ਕਿ ਪਿਛਲੀ ਵਾਰੀ ਖਾਂਸੀ ਦਾ ਕਾਰਨ ਕੁਝ ਹੋਰ ਹੋ ਸਕਦਾ ਹੈ। ਐਲਰਜਿਕ ਕਫ ਹੋਰ ਹੈ ਡਰਾਈ ਕਫ ਹੋਰ ਹੈ ਬਲਗਮ ਵਾਲੀ ਖਾਂਸੀ ਹੋਰ ਹੈ ਸਪਾਜ਼ਮੋਟਿਕ ਕਫ ਹੋਰ ਹੈ। ਸੋ ਹਰੇਕ ਦੀ ਦਵਾਈਆਂ ਜਿਹੜੀ ਹੈਗੇ ਡਾਕਟਰ ਜਾਂਚ ਕਰਕੇ ਇਹ ਦੱਸ ਸਕਦਾ ਹੈ ਕਿ ਇਸ ਖਾਂਸੀ ਵਾਸਤੇ ਇਹ ਜਿਹੜੀ ਦਵਾਈ ਹੈ ਉਹੀ ਕਾਰਗਰ ਸਿੱਧ ਹੋਏਗੀ। ਤੇ ਸਰ ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਜਲਦੀ ਆਰਾਮ ਦੇਣ ਦੀ ਗੱਲ ਹੁੰਦੀ ਹੈ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੈਲਥ ਤੇ ਹੁੰਦਾ ਹੈ। ਯੈਸ ਇਹ ਜਿਹੜੀ ਕੰਬੀਨੇਸ਼ਨ ਲੋਕਾਂ ਨੇ ਅਨਐਥੀਕਲ ਮੈਂ ਇਹ ਵਰਡ ਯੂਜ਼ ਕਰ ਰਹੇ ਇਹਦੇ ਵਾਸਤੇ ਇਹਦੇ ਵਾਸਤੇ ਹੀ ਜਿਹੜੇ ਡਰੱਗ ਕੰਪਨੀਆਂ ਨੇ ਉਹਨਾਂ ਨੇ ਬਣਾਏ ਨੇ ਔਰ ਜਿਹੜੇ ਕਈ ਸੋ ਕਾਲਡ ਕੁਐਕਸ ਜਿਨ੍ਹਾਂ ਨੂੰ ਮੈਂ ਕਹਿ ਰਿਹਾ ਉਹ ਉਹਨਾਂ ਜਿਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਉਹ ਇਹ ਸਮਝਦੇ ਨੇ ਕਿ ਵੀ ਸਾਰਾ ਕੁਝ ਖਿਚੜੀ ਬਣਾ ਦਿਓ ਜਿੱਥੇ ਜਿਹਨੇ ਜੋ ਲੱਗਣਾ ਹੋਏਗਾ ਉਹ ਲੱਗੇਗਾ ਮਗਰ ਕਿਸੇ ਇੱਕ ਦਵਾਈ ਨੇ ਤਾਂ ਉੱਥੇ ਲੱਗੇਗਾ ਮਗਰ ਬਾਕੀ ਜਿਹੜੀ ਦਵਾਈਆਂ ਹੈ ਉਹ ਉਸ ਨੂੰ ਹਾਨੀਕਾਰਕ ਸਾਬਿਤ ਹੋਣਗੀਆਂ। ਸਰ ਇਹਦੇ ਵਿੱਚ ਇੱਕ ਗੱਲ ਹੋਰ ਜਿਹੜੀ ਵੀ ਅੱਜ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਉਹਦੇ 'ਚ ਇਹ ਵੀ ਕਿਹਾ ਕਿ ਜਿਹੜੀ ਮੈਡੀਸਿਨਸ ਨੇ ਉਹਦੇ ਵਿੱਚ 2 ਜਾਂ 3 ਤੋਂ ਵੀ ਵੱਧ ਜਿਹੜੇ ਸਾਲਟ ਹੁੰਦੇ ਆ ਮਿਕਸਚਰ ਹੁੰਦੇ ਆ ਉਹ ਵੀ ਦਵਾਈਆਂ ਜਿਹੜੀ ਹੈਗੀ ਹੈ ਬੜੀ ਹਾਰਮਫੁਲ ਹੁੰਦੀ ਹੈ।
ਐਬਸੋਲੂਟਲੀ। ਦੇਖੋ ਇਸ ਤਰ੍ਹਾਂ ਹੈਗਾ ਕਿ ਕੋਈ ਮਤਲਬ ਨਹੀਂ ਹੈ ਕਿ ਤਿੰਨ ਦਵਾਈਆਂ ਤੁਸੀਂ ਇੱਕ ਦਵਾਈ ਵਿੱਚ ਮਿਲਾਓ, ਕਿਉਂਕਿ ਅਗਰ ਲੋੜ ਵੀ ਹੈਗੀ ਹੈ ਉਹ 2 ਡਰੱਗਸ ਦੀ ਲੈਟ ਅਸ ਸੇ, ਸੋ ਡਾਕਟਰ ਕੈਨ ਡਿਸਾਈਡ ਕਿ ਇਹਨਾਂ ਨੂੰ ਇੱਕ ਡਰੱਗ ਇਹ ਦਿੱਤੀ ਜਾਏ, ਇਹ ਦੂਜੀ ਡਰੱਗ ਇਹ ਦਿੱਤੀ ਜਾਏ। ਹੁਣ ਕਈ ਕੰਬੀਨੇਸ਼ਨ ਇਹੋ ਜਿਹੇ ਨੇ ਜਿਹੜੇ ਕਿ ਮੈਂ ਹੁਣ ਤੁਹਾਨੂੰ ਉਦਾਹਰਨ ਦੇ ਤੌਰ ਤੇ ਫਿਰ ਦੱਸਾਂਗਾ। ਜੇ ਪੈਰਾਸੀਟਾਮੋਲ ਤੇ ਨਿਮੋਸਲਾਈਡ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵੀ ਬੈਨ ਕੀਤਾ ਹੈ। ਸੋ ਨਿਮੋਸਲਾਈਡ ਜਿਹੜੀ ਹੈ 8 ਘੰਟੇ ਵਾਸਤੇ ਸਰੀਰ 'ਚ ਕੰਮ ਕਰਦੀ ਹੈ, ਉਹਨੂੰ ਅਸੀਂ 8 ਘੰਟੇ ਬਾਅਦ ਹੀ ਦੇਣਾ ਹੁੰਦਾ ਹੈ। ਪੈਰਾਸੀਟਾਮੋਲ ਹੈ ਅਸੀਂ 4 ਤੋਂ 6 ਘੰਟੇ ਬਾਅਦ ਵੀ ਦੇ ਸਕਦੇ ਹਾਂ। ਹੁਣ ਇਹ 2 ਕੰਬੀਨੇਸ਼ਨ ਤੁਸੀਂ ਸਮਝ ਰਹੇ ਹੋ ਕਿ ਇੱਕ ਦਵਾਈ ਜਿਹੜੀ ਹੈ 8 ਘੰਟੇ ਬਾਅਦ ਹੀ ਦੇਣੀ ਲਾਜ਼ਮ ਹੈ, ਔਰ ਦੂਸਰੀ ਜਿਹੜੀ ਹੈ 4 ਤੋਂ 6 ਘੰਟੇ ਬਾਅਦ ਦੇ ਸਕਦੇ ਹਾਂ। ਸੋ ਅਗਰ ਡਾਕਟਰ ਸਮਝਦਾ ਹੈ ਕਿ ਇਹ ਬੁਖਾਰ ਬਹੁਤ ਤੇਜ਼ ਹੈ ਔਰ ਜਲਦੀ ਉਹਨੂੰ ਨੀਮਾ ਕਰਨ ਦੀ ਲੋੜ ਹੈ, ਤਾਂ ਉਹ ਨਿਮੋਸਲਾਈਡ ਨੂੰ ਉਦਾਹਰਨ ਦੇ ਤੌਰ ਤੇ ਮੈਂ ਕਹਿ ਰਿਹਾ ਉਹ 8 ਘੰਟੇ ਬਾਅਦ ਦੇਗਾ ਔਰ ਪੈਰਾਸੀਟਾਮੋਲ ਨੂੰ 4 ਤੋਂ 6 ਘੰਟੇ ਬਾਅਦ ਦੇਗਾ। ਦੂਸਰੀ ਗੱਲ, ਡਾਕਟਰ ਨੂੰ ਇਹ ਵੀ ਪਤਾ ਹੈ ਕਿ ਇਹ ਜਿਹੜਾ ਬੁਖਾਰ ਉਤਾਰਨਾ ਹੈ ਇਹਦੇ ਹੋਰ ਵੀ ਕਈ ਤਰੀਕੇ ਨੇ ਜਿਹਦੇ ਨਾਲ ਬੁਖਾਰ ਬੜੀ ਤੇਜ਼ੀ ਨਾਲ ਔਰ ਵਿਦਆਊਟ ਐਨੀ ਸਾਈਡ ਇਫੈਕਟ ਘਟ ਸਕਦਾ ਹੈ। ਜਿਵੇਂ ਸਪੌਂਜਿੰਗ ਹੈ, ਸਪੌਂਜਿੰਗ ਦਾ ਜਿਹੜਾ ਸਹੀ ਤਰੀਕਾ ਹੈਗਾ ਉਹ ਇਸਤੇਮਾਲ ਕੀਤਾ ਜਾਏ। ਜਿਹੜਾ ਵਾਤਾਵਰਣ ਹੈ ਅਰਾਊਂਡ ਜਿਹੜਾ ਹੈਗਾ ਉਸ ਨੂੰ ਠੰਡਾ ਕੀਤਾ ਜਾਏ। ਜਿਹੜੇ ਕੱਪੜੇ ਹੈਗੇ ਨੇ ਉਹ ਘੱਟ ਪਾਏ ਜਾਣ। ਸੋ ਇਹ ਸਾਰੇ ਜਿਹੜੀ ਚੀਜ਼ਾਂ, ਹਾਈਡਰੇਸ਼ਨ ਜਿਹੜੀ ਹੈਗੀ ਹੈ, ਇੰਟਰਨਲ ਹਾਈਡਰੇਸ਼ਨ ਹੈ, ਉਹ ਇੰਟਰਨਲ ਕੂਲਿੰਗ ਕਰਦੀ ਹੈ। ਸੋ ਦੇਰ ਆਰ ਮੈਨੀ ਵੇਜ਼ ਜਿਹਦੇ ਨਾਲ ਅਸੀਂ ਬੁਖਾਰ ਉਤਾਰ ਸਕਦੇ ਹਾਂ। ਮਗਰ ਇੱਕ ਜਿਹੜਾ ਕੁਇਕ ਫਿਕਸ ਜਿਹੜਾ ਹੈ ਅੱਜਕੱਲ ਜਿਹੜਾ ਰਿਵਾਜ ਚੱਲ ਗਿਆ ਹੈ ਔਰ ਉਹ ਉਹਨਾਂ ਕੋਲ ਹੀ ਹੋ ਰਿਹਾ ਜਿੱਥੇ ਸਾਇੰਟੀਫਿਕ ਪੱਧਤੀ ਜਿਹੜੀ ਹੈ ਉਹਦੇ ਇਸਤੇਮਾਲ ਨਹੀਂ ਹੋ ਰਿਹਾ। ਸਰ ਤਾਂ ਹੀ ਕਹਿੰਦੇ ਕਿ ਡਾਕਟਰ ਦਾ ਜਿਹੜਾ ਕੰਸਲਟ ਹੈ ਬਹੁਤ ਜ਼ਰੂਰੀ ਹੈ ਔਰ ਇਹੀ ਕਾਰਨ ਹੈਗਾ ਜਿਹੜੇ ਕੰਸਲਟ ਨਹੀਂ ਕਰਦੇ ਕਿ ਆਬਵੀਅਸ ਅਨਫੋਰਚੂਨੇਟ ਕਈ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਫੇਸ ਕਰਨੀਆਂ। ਯੈਸ, ਸੋ ਇਹਨੂੰ ਕਹਿੰਦੇ ਆ ਕਿ ਵੀ ਪਾਊਂਡ ਫੁਲਿਸ਼ ਪੈਨੀ ਵਾਈਸ। ਠੀਕ ਹੈ, ਅਸੀਂ ਥੋੜਾ ਜਿਹਾ ਪੈਸਾ ਬਚਾਉਣ ਵਾਸਤੇ ਆਪਣੇ ਸਰੀਰ 'ਚ ਕਿੰਨਾ ਇਹਦਾ ਨੁਕਸਾਨ ਕਰ ਰਹੇ ਹਾਂ ਔਰ ਉਹ ਬਾਅਦ 'ਚ ਆ ਕੇ ਤੁਹਾਡੇ ਉੱਤੇ ਹੀ ਉਹ ਖਰਚਾ ਵੀ ਕਰਾਏਗਾ ਔਰ ਤੁਹਾਡਾ ਜਿਹੜਾ ਜਾਨ ਤੇ ਮਾਲ ਦੋਨਾਂ ਦਾ ਨੁਕਸਾਨ ਜਿਹੜਾ ਹੈਗਾ ਉਹ ਕਰਵਾਏਗਾ। ਤਾਂ ਬਿਲਕੁਲ ਜਿੱਦਾਂ ਡਾਕਟਰ ਆਰ.ਐਸ. ਬੇਦੀ ਜਿਹੜੇ ਸੀਨੀਅਰ ਡਾਕਟਰਸ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵੀ ਇਹ ਬੈਨ ਕੀਤੀ ਗਈ ਨੇ ਜਿਹੜੀ 14 ਫਿਕਸਡ ਜਿਹੜੀ ਡੋਜ਼ ਕੰਬੀਨੇਸ਼ਨ ਐਫਡੀਸੀ ਇਹਨਾਂ ਨੂੰ ਬੈਨ ਕੀਤਾ ਗਿਆ ਬਹੁਤ ਹੀ ਵਧੀਆ ਕਦਮ ਹੈਗਾ, ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਜਿਹੜਾ ਲਗਾਤਾਰ ਆંકੜਾ ਵੇਖਿਆ ਗਿਆ ਕਿ ਕਿਸ ਤਰ੍ਹਾਂ ਗਲਤ ਡੋਜ਼ ਨਾਲ ਮੌਤ ਹੋਈ ਹੈ, ਗਲਤ ਡੋਜ਼ ਨਾਲ ਹੋਰ ਵੀ ਪ੍ਰੋਬਲਮ ਜਿਹੜੀ ਹੈਲਥ ਪ੍ਰੋਬਲਮਸ ਲੋਕਾਂ ਨੂੰ ਹੋਈ ਹੈ ਬਿਨਾਂ ਡਾਕਟਰ ਦੇ ਕੰਸਲਟ ਕੀਤੇ। ਤੁਸੀਂ ਜਲਦੀ ਆਰਾਮ ਹੋ ਜਾਏਗਾ ਉਹ ਤੁਸੀਂ ਟੈਬਲੇਟ ਲੈ ਲਓ, ਲੇਕਿਨ ਬਹੁਤ ਹੀ ਹਾਰਮਫੁਲ ਹੁੰਦਾ ਹੈ ਔਰ ਇਹ ਪੂਰਾ ਕੇਂਦਰ ਸਰਕਾਰ ਵੱਲੋਂ ਪੂਰਾ ਜਿਹੜੇ ਸਾਇੰਟੀਫਿਕ ਸੀਨੀਅਰ ਡਾਕਟਰ ਸੀ ਉਹਨਾਂ ਦੇ ਨਾਲ ਪੂਰਾ ਇਹ ਜਿਹੜਾ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਇਹ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ। ਤੇ ਹੁਣ ਇਹ ਜਿਹੜੀ 14 ਫਿਕਸਡ ਕੰਬੀਨੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਹੁਣ ਇਹ ਜਿਹੜੀ ਦਵਾਈਆਂ ਹੈ ਇਹ ਹੁਣ ਬਾਜ਼ਾਰ 'ਚ ਨਹੀਂ ਮਿਲਣਗੀਆਂ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।